ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਹੈ ਇਹਾ ਹਮ ਕਰੀ ਬਖਿਆਨ। ਛਤਰ ਚਵਰ ਤਖਤ ਮਾਲਕ, ਦਸੋਂ ਪਾਤਸ਼ਾਹੀਆਂ ਕੇ ਸਰੂਪ, ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ, ਜੁਗੂ ਜੁਗਿਆ ਟਲ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਕੀ ਹਜ਼ੂਰੀ ਵਿਖੇ ਸੁਭਾਈਮਾਨ ਸਤਿਕਾਰਯੋਗ ਮਾਨਯੋਗ ਸਤਸੰਗੀ ਜਨ, ਫਤਿਹ ਅਰਜ ਹੈ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤਸੰਗੀ ਜਨ, ਕਿਤਨੇ ਦਿਨਾਂ ਤੋਂ ਜੋ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਿੱਖ ਜਗਤ ਨੂੰ ਖੰਡੇ ਬਾਟੇ ਦੀ ਪਾਹੁਲ ਬਖਸ਼ ਕੇ ਸਿੰਘ ਸਜਾਇਆ। ਖੰਡੇ ਬਾਟੇ ਦੀ ਪਾਹੁਲ ਬਖਸ਼ਣ ਦੇ ਨਾਲ ਸਤਿਗੁਰੂ ਜੀ ਨੇ ਗੁਰਸਿੱਖ ਨੂੰ 5 ਕਕਾਰ ਬਖਸ਼ਿਸ਼ ਕੀਤੇ, ਜਿਨ੍ਹਾਂ ਦੇ ਅੰਦਰ ਆਪਾਂ ਕੁਝ ਕਕਾਰਾਂ ਦੀ ਵਿਚਾਰ ਕਰ ਚੁੱਕੇ ਹਾਂ। ਜਿਵੇਂ ਕਿ ਕੇਸ ਤਾਂ ਸਤਿਗੁਰੂ ਜੀ ਨੇ ਇਹ ਵੀ ਬਚਨ ਕੀਤੇ ਕਿ ਸਾਡੀ ਮੋਹਰ ਹੈ। ਕੇਸ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਵੀ ਬਚਨ ਆਉਂਦਾ ਹੈ, ਸਾਬਤ ਸੂਰਤ ਦਸਤਾਰ ਸਿਰਾ। ਸਾਬਤ ਸੂਰਤ ਕਿਵੇਂ ਹੋ ਸਕਦੀ ਹੈ? ਜੇ ਸਰੀਰ ਦੇ ਉੱਤੋਂ ਕਿਸੇ ਰੋਮ ਦੀ ਬੇਅਦਬੀ ਨਾ ਕੀਤੀ ਜਾਵੇ, ਤੇ ਜੇ ਰੋਮਾਂ ਦੀ ਬੇਅਦਬੀ ਕੀਤੀ ਜਾਵੇ ਤੇ ਫਿਰ ਸਾਬਤ ਸੂਰਤ ਨਹੀਂ ਰਹਿੰਦੀ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਰੱਬ ਦੀ ਇਹ ਬਖਸ਼ਿਸ਼ ਕੀਤੀ ਹੋਈ ਸਾਬਤ ਸੂਰਤ ਨੂੰ ਵਿਗਾੜਦਾ ਉਹ ਹੈ ਜਿਹੜਾ ਪਰਮੇਸ਼ਵਰ ਤੋਂ ਭੁੱਲਿਆ ਹੋਇਆ ਹੈ। ਖੈਰ, ਇਸ ਪਾਸੇ ਨਹੀਂ ਮੈਂ ਜਾਂਦਾ। ਕੇਸ ਗੁਰੂ ਕੀ ਮੋਹਰ, ਪਹਿਲਾ ਕਕਾਰ। ਦੂਸਰਾ ਕਕਾਰ ਕੰਘਾ। ਤੀਸਰਾ ਕਕਾਰ ਸਤਿਗੁਰੂ ਜੀ ਨੇ ਕੜਾ ਬਖਸ਼ਿਸ਼ ਕੀਤਾ। ਅਤੇ ਚੌਥਾ ਕਕਾਰ ਜੋ ਸਤਿਗੁਰੂ ਜੀ ਨੇ ਦ੍ਰਿੜ ਕਰਵਾਇਆ, ਉਹ 6ਵੇਂ ਪਾਤਸ਼ਾਹ ਤੋਂ ਹੀ ਸਿੱਖ ਉਸ ਕਕਾਰ ਨੂੰ ਆਪਣੇ ਸਰੀਰ ਦੇ ਉੱਤੇ ਸਜਾਉਣਾ ਸ਼ੁਰੂ ਕਰ ਦਿੱਤਾ ਸੀ। ਕਿਉਂ? ਜਿਸ ਵਕਤ ਜ਼ੁਲਮ ਤੇ ਜ਼ਾਲਮ ਨੇ ਇੰਤਹਾ ਕਰ ਦਿੱਤੀ, ਜ਼ੁਲਮ ਵਾਲੀ, 5ਵੇਂ ਪਾਤਸ਼ਾਹ ਨੂੰ ਲਾਹੌਰ ਦੇ ਅੰਦਰ ਤਸੀਹੇ ਦੇ ਕੇ ਸ਼ਹੀਦ ਕੀਤਾ। ਉਸ ਤੋਂ ਉਪਰੰਤ 6ਵੇਂ ਪਾਤਸ਼ਾਹ, ਹਾਲੇ ਉਸ ਵੇਲੇ ਬਾਲਪਨ ਹੀ ਉਮਰ ਸੀ, 11 ਕੁ ਸਾਲ ਦੀ ਉਮਰ ਸੀ ਗੁਰੂ ਸਾਹਿਬ ਜੀ ਦੀ 6ਵੇਂ ਪਾਤਸ਼ਾਹ ਦੀ। ਜਿਸ ਵੇਲੇ ਗੱਦੀ ਨਸ਼ੀਨ ਹੋਏ ਤੇ ਸਤਿਗੁਰੂ ਜੀ ਨੇ 2 ਕਿਰਪਾਨਾਂ ਪਹਿਨੀਆਂ, ਪੀਰੀ ਦੀ ਤੇ ਮੀਰੀ ਦੀ, ਤੇ ਨਾਲ ਹੀ ਸਿੱਖਾਂ ਨੂੰ ਇਹ ਹਦਾਇਤ ਕੀਤੀ ਕਿ ਗੁਰੂ ਕੇ ਸਿੱਖ ਸ਼ਾਸਤਰਧਾਰੀ ਹੋਵੋ, ਕਿਰਪਾਨ ਹਰ ਕੋਈ ਆਪਣੇ ਸਦਾ ਅੰਗ ਸੰਗ ਰੱਖੇ। ਇੱਥੋਂ ਤੱਕ ਕਿ ਅਕਾਲ ਤਖਤ ਦੇ ਉੱਤੇ ਮੈਂ ਪੜ੍ਹਿਆ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਵੀ ਸ੍ਰੀ ਸਾਹਿਬ ਕਿਰਪਾਨ ਪਈ ਹੋਈ ਹੈ। ਜੋ ਬਾਬਾ ਬੁੱਢਾ ਸਾਹਿਬ ਧੰਨ ਗੁਰੂ ਨਾਨਕ ਦੇਵ ਸਾਹਿਬ ਤੋਂ ਮਹਾਰਾਜ ਤੋਂ 6ਵੇਂ ਪਾਤਸ਼ਾਹ ਤੱਕ ਗੁਰੂ ਘਰ ਦੀ ਸੇਵਾ ਕਰਦੇ ਆਏ ਰਹੇ, ਉਹਨਾਂ ਦੀ ਵੀ ਕਿਰਪਾਨ ਅਕਾਲ ਤਖਤ ਤੇ ਪਈ ਹੋਈ ਹੈ। ਕਿਰਪਾਨ ਨੂੰ 6ਵੇਂ ਪਾਤਸ਼ਾਹ ਨੇ ਹੀ ਸਿੱਖਾਂ ਨੂੰ ਹੁਕਮ ਕਰ ਦਿੱਤਾ ਸੀ ਭਈ ਆਪਣੇ ਸਰੀਰ ਦੇ ਨਾਲ ਰੱਖਣੀ ਹੈ, ਜੁਦਾ ਨਹੀਂ ਕਰਨੀ, ਸ਼ਾਸਤਰਧਾਰੀ ਹੋਣਾ। ਤੇ ਵੀਰ ਰਸ ਵੀ 6ਵੇਂ ਪਾਤਸ਼ਾਹ ਨੇ ਹੀ
ਸਿੱਖਾਂ ਦੇ ਅੰਦਰ ਪੈਦਾ ਕਰ ਦਿੱਤਾ ਸੀ, ਕਾਇਮ ਕਰ ਦਿੱਤਾ ਸੀ, ਤਾਂ ਕਿ ਸਿੱਖ ਜਿਹੜੇ ਨੇ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਵੇਖ ਕੇ ਕਿਤੇ ਢਹਿੰਦੀ ਕਲਾ ਦੇ ਵਿੱਚ ਨਾ ਚਲੇ ਜਾਣ। ਇਹ ਨਾ ਸਮਝ ਲੈਣ ਕਿ ਗੁਰੂ ਨੂੰ ਸ਼ਹੀਦ ਕਰਤਾ, ਚਲੋ ਚੁੱਪ ਕਰਕੇ ਕਿਤੇ ਜੰਗਲਾਂ 'ਚ ਬੈਠ ਕੇ ਜਾਂ ਇੱਧਰ ਉੱਧਰ ਰੱਬ ਰੱਬ ਕਰਕੇ ਆਪਣਾ ਜੀਵਨ ਬਤੀਤ ਕਰਦੇ ਆ। ਇਸ ਤਰ੍ਹਾਂ ਦੀ ਸੋਚ ਸਿੱਖਾਂ ਦੇ ਅੰਦਰ ਘਰ ਨਾ ਕਰ ਜਾਏ। ਸਤਿਗੁਰੂ ਜੀ ਨੇ ਵੀਰ ਰਸ ਪੈਦਾ ਕਰਨ ਵਾਸਤੇ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣਾ ਹੁਕਮ ਕਰ ਦਿੱਤਾ, ਤੇ ਸਤਿਗੁਰੂ ਜੀ ਨੇ ਇਹ ਵੀ ਹੁਕਮ ਕੀਤਾ ਵੀ ਜਿਸ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਵਧੀਆ ਤੋਂ ਵਧੀਆ ਸ਼ਾਸਤਰ ਅਤੇ ਵਧੀਆ ਤੋਂ ਵਧੀਆ ਘੋੜੇ ਲਿਆਉਣ, ਗੁਰੂ ਘਰ ਭੇਟਾ ਕਰਨ। ਤੋ ਕਿਰਪਾਨ ਦਸਮ ਪਾਤਸ਼ਾਹ ਜੀ ਨੇ ਜਿਸ ਵੇਲੇ ਖੰਡੇ ਦੀ ਪਾਹੁਲ ਦਿੱਤੀ ਤੇ ਚੌਥਾ ਕਕਾਰ ਵਜੋਂ ਬਖਸ਼ਿਸ਼ ਕੀਤੀ। ਕਿਰਪਾਨ ਜਿਹੜੀ ਹੈ ਇਹ ਸੁਤੰਤਰਤਾ ਦਾ ਲਖਾਇਕ ਹੈ, ਸੁਤੰਤਰਤਾ ਦਾ। ਜੋ ਸਿੱਖ ਕਿਰਪਾਨ ਪਹਿਨ ਲੈਂਦਾ ਉਹਦੇ ਅੰਦਰੋਂ ਕਾਇਰਤਾ, ਬੁਝਦਿਲੀ, ਗੀਦੀਪੁਣਾ ਉੱਡ ਜਾਂਦੇ ਨੇ। ਜੋ ਕਿਰਪਾਨ ਨੂੰ ਪਹਿਨ ਲੈਂਦਾ ਉਹ ਸਵੈਮਾਨ, ਉਹ ਆਪਣੀ ਜ਼ਮੀਰ ਦੇ ਨਾਲ ਜੀਵਨ ਬਤੀਤ ਕਰਦਾ, ਜ਼ਮੀਰ ਦਾ ਘਾਤ ਨਹੀਂ ਕਰਦਾ। ਕਿਰਪਾਨ ਇੱਕ ਸੁਤੰਤਰਤਾ ਦਾ ਲਖਾਇਕ ਹੈ। ਛੇਵੇਂ ਪਾਤਸ਼ਾਹ ਬਾਬਤ ਇੱਕ ਮੈਂ ਹੋਰ ਮੈਨੂੰ ਛੋਟੀ ਜਿਹੀ ਗਾਥਾ ਯਾਦ ਆਈ ਕਿ ਸ਼ਿਵਾਜੀ ਹੋਏ ਨੇ ਮਰਾਠਾ। ਸ਼ਿਵਾਜੀ ਦੇ ਸਿੱਖਿਆ ਦੇਣ ਵਾਲੇ ਜਿਹੜੇ ਗੁਰੂ ਸਨ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਕਿੰਤੂ ਪਰੰਤੂ ਕੀਤੀ ਵੀ ਤੁਸੀਂ ਇਹ ਕਿਰਪਾਨ ਸ਼ਾਸਤਰ ਪਹਿਨੇ ਨੇ। ਤੇ ਸਤਿਗੁਰੂ ਜੀ ਨੇ ਉਸ ਵੇਲੇ ਕਿਹਾ ਇਹ ਸ਼ਾਸਤਰ ਜਰਵਾਣੇ ਦੀ ਭਖਿਆ ਵਾਸਤੇ ਤੇ ਗਰੀਬ ਦੀ ਰੱਖਿਆ ਵਾਸਤੇ ਪਹਿਨੇ ਨੇ। ਜ਼ੁਲਮ ਨੂੰ ਮਟਾਉਣ ਵਾਸਤੇ, ਜ਼ਾਲਮ ਨੂੰ ਖਤਮ ਕਰਨ ਵਾਸਤੇ ਅਤੇ ਗਰੀਬ ਮਜ਼ਲੂਮ ਧਰਮ ਕੌਮ ਦੀ ਰੱਖਿਆ ਵਾਸਤੇ ਇਹ ਸ੍ਰੀ ਸਾਹਿਬ ਕਿਰਪਾਨ ਪਹਿਨੀ ਹੈ। ਤੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਚੌਥਾ ਕਕਾਰ ਬਖਸ਼ਿਸ਼ ਕੀਤਾ। ਇਤਿਹਾਸ ਦੇ ਅੰਦਰ ਆਉਂਦਾ ਹੈ ਅਸ਼ੋਕ ਜਿਹੜਾ ਸੀ ਨਾ, ਅਸ਼ੋਕ ਭਾਰਤ ਦਾ ਰਾਜਾ ਹੋਇਆ, ਇਸ ਨੇ ਬੁੱਧ ਦਾ ਪ੍ਰਚਾਰ ਸੁਣ ਕੇ ਕਹਿੰਦੇ ਕਿਰਪਾਨ ਨੂੰ ਪਟਨੇ ਵਿਖੇ ਗੰਗਾ ਦੇ ਵਿੱਚ ਸੁੱਟ ਦਿੱਤਾ। ਜਦੋਂ ਇਸ ਨੇ ਕਿਰਪਾਨ ਨੂੰ ਗੰਗਾ ਦੇ ਵਿੱਚ ਸੁੱਟ ਦਿੱਤਾ ਨਾ, ਬੁੱਧ ਦਾ ਉਪਦੇਸ਼ ਸੁਣ ਕੇ, ਤੇ ਕਮ ਸੇ ਕਮ 8-9 ਸਦੀਆਂ, 7-8 ਸਦੀਆਂ ਹਿੰਦੁਸਤਾਨ ਗੁਲਾਮ ਬਣ ਗਿਆ, ਗੁਲਾਮ ਹੋ ਗਿਆ। ਸੋ ਕਿਰਪਾਨ ਇੱਕ ਸੁਤੰਤਰਤਾ ਦਾ ਲਖਾਇਕ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਰਪਾਨ ਪੰਜਵਾਂ ਚੌਥਾ ਕਕਾਰ ਬਣਾਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਮੇਂ ਤੇ ਇੱਕ ਭਾਈ ਗੁਰਦਾਸ ਜੀ ਹੋਏ ਨੇ। ਉਹਨਾਂ ਨੂੰ ਦੂਸਰੇ ਭਾਈ ਗੁਰਦਾਸ ਜੀ ਕਿਹਾ ਜਾਂਦਾ ਸੀ। ਇੱਕ ਤੇ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਹੋਏ ਨੇ ਨਾ ਪੰਜਵੇਂ ਪਾਤਸ਼ਾਹ ਦੇ ਟਾਈਮ ਤੇ 10ਵੇਂ ਪਾਤਸ਼ਾਹ ਦੇ ਟਾਈਮ ਤੇ ਭਾਈ ਗੁਰਦਾਸ ਜਿਹੜੇ ਹੋਏ ਨੇ, ਉਹਨਾਂ ਨੇ ਵੀ ਵਾਰਾਂ ਲਿਖੀਆਂ। ਉਹ ਲਿਖਦੇ ਨੇ ਇੱਕ ਪੌੜੀ, ਉਹ ਕਹਿੰਦੇ ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ, ਸਿਰ ਕੇਸ ਧਾਰ ਕਰ ਖੜਗ ਕੋ ਸਭ ਦੁਸ਼ਟ ਪਛਾਰਾ, ਸੀਲ ਜਤ ਕੀ ਕੱਛ ਪਹਿਰ ਪਕੜਿਓ ਹਥਿਆਰਾ, ਸੱਚ ਫਤਿਹ ਬੁਲਾਈ ਗੁਰੂ ਕੀ ਜਿਤਿਓ ਰਣ ਭਾਰਾ, ਸਭ ਦੈਂਤ ਅਰਿਨੀ ਕੋ ਘੇਰ ਕਰ ਕੀਜੇ ਪ੍ਰਹਾਰਾ, ਤੁਰਕ ਦੁਸ਼ਟ ਸਭ ਸ਼ੈ ਕੀਏ ਹਰ ਨਾਮ ਉਚਾਰਾ,
तिन आगे कोई ना ठहरियो भागे सिरदारा, जह राजे शाह अमीरणे होए सब शारा। तब सब धरती हल चल भई छाडे घर बारा, इउं ऐसे धुंध कलेश में खपियो संसारा। तह बिन सतगुर के है नहीं भै काटन हारा, गह ऐसे खड़ग दिखाइयन को सके न झेला। वाह वाह गोबिंद सिंह आपे गुर चेला। ये पौड़ी दूसरे भाई गुरदास जी ने रचन की थी। तो कृपान जो है सिख दे वास्ते चौथा ककार है। सिख जिहड़ा है कृपान पहन के कदे जुल्म नहीं करता, किसी दी इज्जत पत नहीं लुटदा, गरीब मार नहीं करता। सिख किरपान पहन के कदे किसी दे नाल बेइंसाफी जां गरीब मार जां किसी दा बलात्कार जां कोई होर ऐसा बुरा कर्म नहीं करता। सिख जिहड़ा किरपान पहन के ते गरीब गुरबे दी रखिया करदा है, जालम दा सोधा लाउंदा है। सिख जिहड़ा गुरु का वो किरपान पहन के धर्म की रक्षा करता है। सो काजी नूर मुहम्मद होया, ये बदाली दे नाल आया सी। इसने जिस वेले सिंघां दे जंगे मैदान विच लड़न दे करतब वेखे ना ते हैरान हो गया। इसने जंगनामा करके एक पुस्तक लिखी, उस दे विच लिखदा है भी ਜਿਹੜੇ ਸਿੰਘ ਨੇ ਨਾ ਗੁਰੂ ਗੋਬਿੰਦ ਸਿੰਘ ਦੇ, ਉਹ ਕਿਰਪਾਨ ਪਹਿਨ ਕੇ ਦੁਸ਼ਮਣ ਦੀ ਮਾਂ ਨੂੰ, ਬੇਟੀ ਨੂੰ ਆਪਣੀ ਮਾਂ ਤੇ ਬੇਟੀ ਦੇ ਤੁੱਲ ਸਮਝਦਾ ਹੈ। ਉਹ ਦੁਸ਼ਮਣ ਦੀ ਵੀ ਮਾਂ ਬੇਟੀ ਨੂੰ ਬੇਟੀ ਸਮਝਦਾ ਹੈ। ਸਿੰਘ ਜਿਹੜਾ ਉਹ ਕਿਰਪਾਨ ਪਹਿਨ ਕੇ ਕਿਸੇ ਦੇ ਨਾਲ ਜਾਜਤੀ ਨਹੀਂ ਕਰਦਾ, ਲੁੱਟ ਮਾਰ ਨਹੀਂ ਕਰਦਾ। ਕਿਰਪਾਨ ਪਹਿਨ ਕੇ ਸਿੰਘ ਦਾ ਜੀਵਨ ਐਸਾ ਬਣ ਜਾਂਦਾ ਹੈ ਕਿ ਸਿੰਘ ਜੰਗੇ ਮੈਦਾਨ ਦੇ ਅੰਦਰ ਲੜਦਾ ਹੋਇਆ ਇਤਨਾ ਇਤਿਆਦ ਰੱਖਦਾ ਹੈ, ਜੇ ਕਿਸੇ ਦੇ ਹੱਥ ਵਿੱਚੋਂ ਸ਼ਸਤਰ ਡਿੱਗ ਜਾਂਦਾ ਤੇ ਉਸ ਤੇ ਵਾਰ ਨਹੀਂ ਕਰਦਾ। ਉਹ ਕਹਿੰਦਾ ਸ਼ਸਤਰ ਸੰਭਾਲ, ਫਿਰ ਤੇਰੇ ਨਾਲ ਜੰਗ ਕਰਾਂਗੇ। ਜੇ ਕਿਸੇ ਦੀ ਪੱਗ ਲਿਥ ਜਾਂਦੀ ਹੈ ਜੰਗ ਦੇ ਵਿੱਚ ਤੇ ਸਿੰਘ ਕਹਿੰਦਾ ਉਹ ਭਾਈ ਮੈਂ ਤੇਰੀ ਪੱਗ ਲਾਉਣ ਨਹੀਂ ਆਇਆ, ਆਪਣੀ ਪੱਗ ਸੰਭਾਲ, ਫਿਰ ਮੈਂ ਤੇਰੇ ਨਾਲ ਜੰਗ ਕਰਾਂਗਾ। ਸਿੰਘ ਜੇ ਕੋਈ ਜੰਗੇ ਮੈਦਾਨ ਨੂੰ ਛੱਡ ਕੇ ਭੱਜਿਆ ਜਾਂਦਾ ਹੈ ਤੇ ਉਹਦੇ ਤੇ ਵਾਰ ਨਹੀਂ ਕਰਦਾ। ਸਿੰਘ ਦੇ ਅੰਦਰ ਇਹ ਵੀ ਇੱਕ ਬੜੀ ਵੱਡੀ ਖੂਬੀ ਹੈ, ਜੇ ਕੋਈ ਭਾਵੇਂ ਰਾਣੀ ਮਹਾਰਾਣੀ ਮਿਲ ਜਵੇ ਉਸ ਦੇ ਉੱਤੇ ਬੁਰੀ ਨਿਗਾਹ ਨਹੀਂ ਰੱਖਦੇ, ਉਸ ਦੇ ਕਿਸੇ ਗਹਿਣੇ ਗੱਟੇ ਨੂੰ ਹੱਥ ਨਹੀਂ ਲਾਉਂਦੇ, ਉਸ ਨੂੰ ਮਾਤਾ ਭੈਣ ਦੇ ਬਰਾਬਰ ਸਮਝਦੇ, ਭਾਵੇਂ ਕੋਈ ਰਾਣੀ ਹੋਵੇ ਭਾਵੇਂ ਕੋਈ ਗੋਲੀ ਹੋਵੇ। ਸਿੰਘ ਜਿਹੜੇ ਨੇ ਬੱਚੇ ਬੁੱਢੇ ਦੇ ਉੱਤੇ ਵਾਰ ਨਹੀਂ ਕਰਦੇ। ਸਿੰਘਾਂ ਦਾ ਜੀਵਨ ਉਹ ਐਸਾ ਦੱਸਦਾ ਕਿ ਕਹਿੰਦਾ ਇਹ ਐਸੀ ਕੌਮ, ਨਾਲੇ ਤੇ ਉਹ ਸਿੰਘਾਂ ਨੂੰ ਸੱਗ ਕਹਿੰਦਾ, ਕੁੱਤੇ ਕਹਿੰਦਾ, ਨਫ਼ਰਤ ਕਰਦਾ। ਤੇ ਨਾਲੋਂ ਜਦੋਂ ਸਿੰਘਾਂ ਦੀ ਸਿਫਤ ਕਰਨ ਲੱਗਦਾ ਤੇ ਫਿਰ ਉਹਦੇ ਕੋਲੋਂ ਰੁਕਿਆ ਨਹੀਂ ਜਾਂਦਾ। ਸਿਫਤ ਕਰਦਿਆਂ ਫਿਰ ਉਹ ਦੱਸਦਾ ਵੀ ਇਹਨਾਂ ਸਿੰਘਾਂ ਦਾ ਜੀਵਨ ਬੜਾ ਉੱਚਾ ਤੇ ਅਤੇ ਸੁੱਚਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀਆਂ ਖਾਲਸੇ ਨੂੰ 5 ਕਕਾਰੀ ਰਹਿਤਾਂ ਦ੍ਰਿੜ ਕਰਵਾਈਆਂ, ਉਹਨਾਂ ਰਹਿਤਾਂ ਬਹਿਤਾਂ ਦੀ ਕੁਝ
ਅੰਤਰੀਵ ਭਾਵ ਵੀ ਸਤਿਗੁਰੂ ਜੀ ਨੇ ਦੱਸੇ। ਸਤਿਗੁਰੂ ਜੀ ਨੇ ਕਿਹਾ, ਇਹ ਕਿਰਪਾਨ ਤੇਰੀ ਸਵੈ ਮਾਨ, ਇੱਜ਼ਤ ਦੀ ਖਾਤਰ, ਆਪਣੀ ਅਤੇ ਗਰੀਬ ਗੁਰਮੇ ਦੀ ਖਾਤਰ ਇਹ ਤੈਨੂੰ ਪਹਿਨਾਈ ਗਈ ਹੈ। ਕਿਰਪਾਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਕਰਾਮਾਤ ਵੀ ਕਿਹਾ। ਕਿਰਪਾਨ ਨੂੰ ਕਰਾਮਾਤ। ਜਿਸ ਵੇਲੇ ਨਾ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲੋਂ ਮਦਦ ਮੰਗੀ 1607 ਦੇ ਵਿੱਚ, ਔਰੰਗਜ਼ੇਬ ਮਰ ਗਿਆ ਨਾ। ਔਰੰਗਜ਼ੇਬ ਦੇ ਮਰਨ ਤੋਂ ਬਾਅਦ ਭਰਾਵਾਂ ਦਾ ਝਗੜਾ ਹੋਇਆ ਗੱਦੀ ਵਾਸਤੇ, ਤੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਜੀ ਦੇ 10ਵੇਂ ਪਾਤਸ਼ਾਹ ਦੇ ਕੋਲੋਂ ਮਦਦ ਮੰਗੀ, ਤੇ 10ਵੇਂ ਪਾਤਸ਼ਾਹ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ। ਜੰਗ ਜਿੱਤਿਆ ਗਿਆ ਤੇ ਬਹਾਦਰ ਸ਼ਾਹ ਆਗਰੇ ਹੈ, ਤੇ ਸਤਿਗੁਰੂ ਜੀ ਵੀ ਇਸ ਇਲਾਕੇ ਵਿੱਚ ਹੀ ਹਨ। ਤੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਦਰਸ਼ਨ ਦੇਣ ਵਾਸਤੇ ਬੇਨਤੀ ਕੀਤੀ, ਆਪਣਾ ਦੂਤ ਭੇਜਿਆ ਵੀ ਮੈਨੂੰ ਕਿਰਪਾ ਕਰਕੇ ਦਰਸ਼ਨ ਬਖਸ਼ੋ। ਆਪ ਦੀ ਦਇਆ ਮਾਇਆ ਦੇ ਨਾਲ, ਆਪ ਦੀ ਕਿਰਪਾ ਦੇ ਨਾਲ ਮੈਂ ਜੰਗ ਜਿੱਤਿਆ, ਇਹ ਰਾਜ ਭਾਗ ਤੁਹਾਡੀ ਬਖਸ਼ਿਸ਼ ਹੈ, ਮੈਨੂੰ ਦਰਸ਼ਨ ਦਿਓ। ਤੇ ਇਤਿਹਾਸ ਦੱਸਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਵੇਲੇ ਆਗਰੇ ਗਏ, 5-6 ਕੁ ਮੀਲ ਦੀ ਦੂਰੀ ਤੇ ਸ਼ਹਿਰ ਤੋਂ ਬਾਹਰ ਹੀ ਸਤਿਗੁਰੂ ਨੇ ਡੇਰਾ ਲਾ ਦਿੱਤਾ। ਬਾਹਰ ਡੇਰਾ ਲਾ ਕੇ ਤੇ ਜਿਸ ਵੇਲੇ ਦੂਸਰੇ ਦਿਨ ਸਤਿਗੁਰੂ ਜੀ ਬਹਾਦਰ ਸ਼ਾਹ ਨੂੰ ਮਿਲ ਗਏ, ਤੇ ਬਹਾਦਰ ਸ਼ਾਹ ਅੱਗੋਂ ਦੂਰ ਤੇ ਨਹੀਂ ਸਤਿਗੁਰੂ ਜੀ ਨੂੰ ਅੱਗੋਂ ਲੈਣ ਵਾਸਤੇ ਸਤਿਕਾਰ ਦੇ ਨਾਲ ਆਇਆ। ਤੇ ਸਤਿਗੁਰੂ ਜੀ ਨੇ ਸ਼ਾਸਤਰ ਬਸਤਰ ਸਜਾਏ ਨੇ, ਕਲਗੀ ਸਜਾਈ ਹੈ, ਅਤੇ ਘੋੜੇ ਦੇ ਉੱਤੇ ਸਵਾਰ ਨੇ। ਸਵਾਰ ਹੀ ਘੋੜੇ ਦੇ ਉੱਤੇ ਸਤਿਗੁਰੂ ਜੀ ਬਹਾਦਰ ਸ਼ਾਹ ਦੇ ਦਰਬਾਰ ਗਏ। ਅੱਗੇ ਬਹਾਦਰ ਸ਼ਾਹ ਨੇ ਬਹੁਤ ਸਤਿਕਾਰ ਮਾਨ ਕੀਤਾ, ਆਪਣੇ ਕਹਿੰਦੇ ਨੇ ਬਰਾਬਰ ਤਖਤ ਤੇ ਸਤਿਗੁਰੂ ਜੀ ਨੂੰ ਬੈਠਣ ਵਾਸਤੇ ਸਤਿਗੁਰੂ ਜੀ ਨੂੰ ਕਿਹਾ। ਸਤਿਗੁਰੂ ਜੀ ਦਾ ਬਹੁਤ ਸਤਿਕਾਰ ਮਾਨ ਕੀਤਾ। ਸਭ ਸ਼ਬਦ ਵੀ ਬੜੇ ਸਤਿਕਾਰ ਮਾਨ ਦੇ ਉਚਾਰਨ ਕੀਤੇ ਕਿ ਹੇ ਰਾਮਦਾਸ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਆਪ ਜੀ ਦੀ ਦਇਆ ਮਾਇਆ, ਆਪ ਜੀ ਦੀ ਕਿਰਪਾ ਦੇ ਨਾਲ ਇਹ ਰਾਜ ਭਾਗ ਮਿਲਿਆ, ਇਹ ਰਾਜ ਭਾਗ ਤੁਹਾਡਾ ਹੈ ਮਹਾਰਾਜ, ਤੁਹਾਡੀ ਬੜੀ ਕਿਰਪਾ ਹੋਈ। ਤੇ ਇਸ ਨੇ ਸਤਿਕਾਰ ਵਜੋਂ ਇੱਕ ਤੁਖੀ, ਇੱਕ ਨਗਾਰਾ ਤੇ ਖਿਲਤ ਆਦਿਕ ਹੋਰ ਕਈ ਕੀਮਤੀ ਪਦਾਰਥ ਸਤਿਗੁਰੂ ਜੀ ਨੂੰ ਭੇਟ ਕੀਤੇ। ਤੇ ਸਤਿਗੁਰੂ ਜੀ ਨੇ ਉਸ ਸਿੰਘਾਂ ਨੂੰ ਕਿਹਾ ਵੀ ਤੁਸੀਂ ਲੈ ਲਓ। ਜਿਹੜਾ ਸਮਾਨ ਦਿੱਤਾ ਸੀ ਸਤਿਗੁਰੂ ਜੀ ਨੇ ਸਿੰਘਾਂ ਨੂੰ ਦੇ ਕੇ ਡੇਰੇ ਪਹੁੰਚਾਤਾ। ਹੁਣ ਜਿਸ ਵੇਲੇ ਸਤਿਗੁਰੂ ਜੀ ਦਾ ਸਤਿਕਾਰ ਮਾਨ ਬਹਾਦਰ ਸ਼ਾਹ ਨੇ ਕੀਤਾ ਨਾ, ਤੇ ਜਿਹੜੇ ਉੱਥੇ ਕਾਜੀ ਮੌਲਵੀ ਸਨ ਉਹ ਮਨ ਵਿੱਚ ਬੜੇ ਦੁਖੀ ਹੋਏ। ਤਾਂ ਉਹਨਾਂ ਨੇ ਬਹਾਦਰ ਸ਼ਾਹ ਨੂੰ ਕਿਹਾ ਵੀ ਜੇ ਇਹ ਦੀਨੀ ਧਰਮ ਦੇ ਆਗੂ ਕਹਿਲਾਉਂਦੇ ਹਨ ਤੇ ਸਾਨੂੰ ਕਰਾਮਾਤ ਵਿਖਾਉਣ, ਕਰਾਮਾਤ। ਤੇ ਬਹਾਦਰ ਸ਼ਾਹ ਨੇ ਇਹਨਾਂ ਕਾਜ਼ੀਆਂ ਮੌਲਵੀਆਂ ਦੀ ਜਿਹੜੀ ਖਿਆਲ ਸੀ ਗੁਰੂ ਸਾਹਿਬ ਜੀ ਨੂੰ ਦੱਸਿਆ ਵੀ ਇਹ ਕਹਿੰਦੇ ਸਾਨੂੰ ਤੁਸੀਂ ਦੀਨੀ ਧਰਮਕ ਆਗੂ ਹੋ ਤੇ ਸਾਨੂੰ ਕਰਾਮਾਤ ਵਿਖਾਓ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਬਹਾਦਰ ਸ਼ਾਹ, ਕਰਾਮਾਤ ਦਾ ਮਾਲਕ ਅੱਲਾਹ ਤਾਲਾ ਖੁਦਾ ਆਪ ਹੈ। ਕਰਾਮਾਤ ਉਹਦੇ ਅਧੀਨ ਹੈ, ਕਰਾਮਾਤ ਦਿਖਾਉਣੀ ਲਾਇਕ ਨਹੀਂ। ਇਹ ਕਹਿਣ ਲੱਗੇ ਨਹੀਂ, ਜ਼ਰੂਰ ਤੁਸੀਂ ਕਰਾਮਾਤ ਵਿਖਾਓ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਹਾਦਰ ਸ਼ਾਹ ਵੱਲ ਉਂਗਲੀ ਕਰਕੇ ਕਹਿਣ ਲੱਗੇ ਬਾਦਸ਼ਾਹ ਵੀ ਕਰਾਮਾਤ ਹੈ, ਜਿਸ ਨੂੰ ਚਾਹੇ ਮਰਵਾ ਸਕਦਾ, ਜਿਸ ਨੂੰ ਚਾਹੇ ਬਚਾ ਸਕਦਾ ਹੈ। ਉਹਨਾਂ ਦੀ ਤਸੱਲੀ ਨਹੀਂ ਹੋਈ ਕਾਜੀ ਮੌਲਵੀਆਂ ਦੀ। ਕਹਿਣ ਲੱਗੇ ਨਹੀਂ, ਕੋਈ ਕਰਾਮਾਤ ਵਿਖਾਓ। ਸਤਿਗੁਰੂ ਜੀ ਨੇ ਆਪਣੀ ਜੇਬ ਵਿੱਚੋਂ ਇੱਕ ਮੋਹਰ ਕੱਢ ਕੇ ਸਿੱਟੀ, ਕਹਿਣ ਲੱਗੇ ਇਹ ਵੀ ਕਰਾਮਾਤ ਹੈ। ਇਸ ਦੇ ਨਾਲ ਜਿਸ ਨੂੰ ਮਰਜ਼ੀ ਖਰੀਦ ਲਓ,
ਕਿੱਡਾ ਵੀ ਕਿੱਡਾ ਸਿਆਸੀ ਬੰਦਾ ਹੈ, ਕਿੱਡਾ ਵੀ ਕਿੱਡਾ ਧਾਰਮਿਕ ਬੰਦਾ ਹੈ, ਕਈ ਵਾਰੀ ਉਹ ਵੀ ਖਰੀਦਿਆ ਜਾਂਦਾ ਹੈ। ਇਹ ਮਾਇਆ ਸਭ ਨੂੰ ਖਰੀਦ ਲੈਂਦੀ, ਇਹ ਵੀ ਕਰਾਮਾਤ ਹੈ। ਉਹ ਤੇ ਸਤਿਗੁਰੂ ਜੀ ਦੇ ਕੋਲੋਂ ਜ਼ਾਹਰਾ ਕਰਾਮਾਤ ਵੇਖਣੀ ਚਾਹੁੰਦੇ ਸਨ। ਉਹਨਾਂ ਦਾ ਮਨ ਕਿੱਥੇ ਮੰਨੇ। ਤੇ ਫਿਰ ਉਹਨਾਂ ਨੇ ਤੀਜੀ ਵਾਰੀ ਕਿਹਾ ਵੀ ਇਹ ਕਰਾਮਾਤ ਨਹੀਂ, ਕੋਈ ਕਰਾਮਾਤ ਵਿਖਾਓ ਗੁਰੂਆਂ ਵਾਲੀ। ਤੇ ਗੁਰੂ ਸਾਹਿਬ ਜੀ ਉਸ ਵੇਲੇ ਹੀ ਰੋਹ ਦੇ ਵਿੱਚ ਆ ਗਏ। ਆਪਣੇ ਮਿਆਨ ਦੇ ਵਿੱਚੋਂ 2.5-3 ਫੁੱਟ ਦੀ ਕਿਰਪਾਨ ਸ੍ਰੀ ਸਾਹਿਬ ਕੱਢ ਕੇ ਹਵਾ ਦੇ ਵਿੱਚ ਲਹਿਰਾਈ। ਸਤਿਗੁਰੂ ਕਹਿੰਦੇ ਜਿਹੜਾ ਨਾ ਮੰਨੇ ਉਹਦੇ ਵਾਸਤੇ ਇਹ ਵੀ ਕਰਾਮਾਤ ਹੈ। ਸ੍ਰੀ ਸਾਹਿਬ ਕਿਰਪਾਨ ਵੀ ਕਰਾਮਾਤ ਹੈ। ਸੋ ਇਸ ਨੂੰ ਸਤਿਗੁਰੂ ਜੀ ਨੇ ਕਿਰਪਾਨ ਨੂੰ ਵੀ ਇੱਕ ਕਰਾਮਾਤ ਕਿਹਾ, ਹੈ ਹੀ ਕਰਾਮਾਤ। ਤੁਹਾਡੇ ਕੋਲ ਕਿਰਪਾਨ ਫੜੀ ਹੋਈ ਹੈ, ਜਿਹੜਾ ਤੁਹਾਡੇ ਨਾਲ ਗੱਲ ਕਰੇਗਾ ਉਹ ਝਿਜਕੇਗਾ। ਤੁਸੀਂ ਉਸ ਨੂੰ ਕਿਰਪਾਨ ਫੜਾ ਦਿਓ, ਤੁਸੀਂ ਉਸ ਦੇ ਅਧੀਨ ਹੋ ਜਾਓਗੇ, ਤੁਸੀਂ ਝਿਜਕੋਗੇ ਉਹਦੇ ਨਾਲ ਗੱਲ ਕਰਨ ਗਿਆ, ਕਿਉਂਕਿ ਸ਼ਾਸਤਰ ਤੇ ਜਿਹਦੇ ਹੱਥ ਵਿੱਚ ਉਹਦਾ ਹੀ ਹੈ। ਸੋ ਇਸ ਕਰਕੇ ਸਤਿਗੁਰੂ ਜੀ ਨੇ ਚੌਥਾ ਕਕਾਰ ਸਿੱਖਾਂ ਨੂੰ ਬਖਸ਼ਿਸ਼ ਕੀਤਾ। ਜਿਸ ਵੇਲੇ ਮੈਂ ਇੱਕ ਦੋ ਗੱਲ ਕਹਿ ਕੇ ਸਮਾਪਤੀ ਕਰਨੀ ਹੈ। ਹਿੰਦੁਸਤਾਨ ਦਾ ਵਿਧਾਨ ਆਦਿਕ ਲਿਖਿਆ ਗਿਆ, ਹਿੰਦੁਸਤਾਨ ਦੇ ਆਇਨ ਦੇ ਮੁੱਢਲੇ ਅਧਿਕਾਰ ਲਿਖੇ ਗਏ। ਦਫਾ 19 ਦੇ ਵਿੱਚ ਸਿੱਖਾਂ ਨੂੰ ਕਿਰਪਾਨ ਪਹਿਨਣ ਦੇ ਅਧਿਕਾਰ ਦਿੱਤੇ ਗਏ। ਇਹ ਲਿਖਿਆ ਗਿਆ ਕਿ ਸਿੱਖ ਨੂੰ ਅਧਿਕਾਰ ਹੈ ਉਹ ਕਿਸੇ ਵੀ ਲੰਬਾਈ ਦੀ ਕਿਰਪਾਨ ਰੱਖ ਸਕਦਾ ਹੈ। ਕਿਰਪਾਨ ਦੀ ਲੰਬਾਈ ਉੱਤੇ ਕੋਈ ਪਾਬੰਦੀ ਨਹੀਂ। ਕਿਰਪਾਨ ਦੀ ਕਿਤਨੀ ਵੀ ਲੰਬਾਈ ਹੋਵੇ ਉਹ ਜਿਹੜਾ ਅੰਮ੍ਰਿਤਧਾਰੀ ਸਿੱਖ ਹੈ ਉਸ ਨੂੰ ਰੱਖ ਸਕਦਾ ਹੈ। ਜ਼ਿਆਦੇ ਅਧਿਕਾਰ ਲਿਖੇ ਜਾ ਰਹੇ ਸਨ ਤੇ ਕਾਨੂੰਨ ਸਾਜ਼ ਜਿਹੜੇ ਅਸੈਂਬਲੀ ਦੇ ਵਿੱਚ ਬੈਠੇ ਸਨ ਮੈਂਬਰ, ਉਹਨਾਂ ਨੇ ਇਤਰਾਜ਼ ਕੀਤਾ। ਕਹਿੰਦੇ ਇਹ ਤਲਵਾਰ ਹੈ। ਤੇ ਜਿਸ ਵੇਲੇ ਇਹ ਇਤਰਾਜ਼ ਕੀਤਾ ਤੇ ਉੱਥੇ ਸਰਦਾਰ ਪਟੇਲ ਬੈਠੇ ਸਨ। ਉਹਨਾਂ ਨੇ ਟਿੱਪਣੀ ਦਿੰਦੇ ਹੋਏ ਕਿਹਾ ਕਿ ਤਲਵਾਰ ਤੇ ਤਲਵਾਰ ਥੱਲੇ ਡਿੱਗੇ ਦੇ ਉੱਤੇ ਵਾਰ ਕਰਨ ਵਾਲੀ ਹੈ। ਤਲਵਾਰ, ਤਲਵਾਰ, ਤਲ ਨਾਮ ਥੱਲੇ, ਡਿੱਗੇ ਉੱਤੇ ਵਾਰ ਕਰਨ ਵਾਲੀ ਹੈ। ਤਲਵਾਰ ਦੇ ਅਰਥ ਹਨ ਗਰੀਬ ਤੇ ਮਜ਼ਲੂਮ ਤੇ ਬੇਹੱਥੇ ਤੇ ਵਾਰ ਕਰਨ ਵਾਲੀ। ਜਿਹਦੇ ਹੱਥ ਵਿੱਚ ਤਲਵਾਰ ਹੈ ਉਹ ਤਲਵਾਰ ਨੂੰ ਮਤਲਬ ਕਿ ਗਰੀਬ ਦੇ ਉੱਤੇ, ਲਾਚਾਰ ਦੇ ਉੱਤੇ, ਮਾੜੇ ਦੇ ਉੱਤੇ ਜ਼ੁਲਮ ਕਰਦਾ, ਉਹ ਤਲਵਾਰ ਹੈ। ਤੇ ਸਰਦਾਰ ਪਟੇਲ ਕਹਿਣ ਲੱਗਾ ਜਿਸ ਵੇਲੇ ਤਲਵਾਰ ਸਿੱਖ ਦੇ ਗਾਤਰੇ ਵਿੱਚ ਆ ਜਾਂਦੀ ਹੈ ਇਹ ਤਲਵਾਰ ਨਹੀਂ ਰਹਿੰਦੀ, ਇਹ ਕਿਰਪਾਨ ਬਣ ਜਾਂਦੀ ਹੈ। ਇਹ ਕਿਰਪਾਨ ਬਣ ਜਾਂਦੀ ਹੈ। ਕਿਰਪਾਨ ਦੇ ਅੱਖਰੀ ਅਰਥ, ਤਲਵਾਰ ਦੇ ਅੱਖਰੀ ਅਰਥ ਹਨ ਤਲਵਾਰ, ਥੱਲੇ ਬੈਠੇ ਤੇ ਵਾਰ ਕਰਨਾ। ਕਿਰਪਾਨ ਦੇ ਅੱਖਰੀ ਅਰਥ ਹਨ ਕਿਰਪਾ ਤੇ ਆਣ। ਕਿਰਪਾਨ, ਕਿਰਪਾ ਦੀ ਆਣ, ਕਿਰਪਾ ਦੀ ਢਾਰਸ, ਕਿਰਪਾ ਦਾ ਸਹਾਰਾ। ਕਿਰਪਾਨ ਗਰੀਬ, ਮਜ਼ਲੂਮ, ਧਰਮ, ਕੌਮ ਦੀ ਰੱਖਿਆ ਕਰਨ ਵਾਲੀ ਕਿਰਪਾਨ ਹੁੰਦੀ ਹੈ। ਤਲਵਾਰ ਹੁੰਦੀ ਹੈ ਗਰੀਬ, ਮਜ਼ਲੂਮ, ਨਿਮਾਣੇ ਨਤਾਣੇ ਦੇ ਉੱਤੇ ਵਾਰ ਕਰਨ ਵਾਲੀ, ਡਿੱਗੇ ਹੋਏ ਤੇ ਵਾਰ ਕਰਨ ਵਾਲੀ। ਤੇ ਉਹੀ ਤਲਵਾਰ ਜੇ ਨਿਮਾਣੇ ਨਤਾਣੇ, ਗਰੀਬ, ਗੁਰਬੇ, ਧਰਮ, ਕੌਮ ਦੀ ਰੱਖਿਆ ਵਾਸਤੇ ਚਲਦੀ ਹੈ, ਉਹੀ ਤਲਵਾਰ ਕਿਰਪਾਨ ਬਣ ਜਾਂਦੀ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਰਪਾਨ ਚੌਥਾ ਕਕਾਰ ਬਖਸ਼ਿਸ਼ ਕੀਤਾ। ਮੈਨੂੰ ਇੱਕ ਗੱਲ ਯਾਦ ਆਈ, ਮੈਂ ਸਮਾਪਤੀ ਕਰਾਂ, ਸਮਾਂ ਜ਼ਿਆਦਾ ਹੋ ਰਿਹਾ। ਸੈਂਟਰਲ ਪਬਲਿਕ ਲਾਇਬ੍ਰੇਰੀ ਪਟਿਆਲਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇੱਕ ਹੱਥ ਲਿਖਤ ਨੁਸਖਾ ਪਿਆ ਹੈ। ਉਸ ਦੇ ਨੰਬਰ 2571 ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸੰਗਤਾਂ ਪ੍ਰਤੀ ਵਾਰਤਾਲਾਪ ਹੋਇਆ। ਲਿਖਿਆ ਕਿ ਜਿਸ ਨੂੰ ਪੜ੍ਹਨ ਨਾਲ ਕਿਰਪਾਨ ਦੀ ਮਹੱਤਤਾ ਹੋਰ ਉਜਾਗਰ ਹੋ ਜਾਂਦੀ ਹੈ।
उस वार्तालाप नूं अगर कोई पढ़े तो उस वार्तालाप नूं सुन के किरपान की महत्ता होर वधदी है। गुरु गोबिंद सिंह साहिब महाराज जी हथ लिखते वार्तालाप दे विच की कहिंदे ने, कहिंदे ने पीर क्या अर मीर क्या सब तलवार की तलै खड़ग असाडी फतेह है। हुक्म होया जिस दे सिर पग नाही कोल किरपान नाही फिटे मूँह तिसदा। हुक्म होया जिस दे सिर पग नाही कोल किरपान नाही फिटे मूँह तिसदा। हुक्म होया जैसे दाढ़ी नूं कैंची लवाई तैसे भद्दर करवाया। हुक्म होया गुरु साहिब जी दा चिट्टा वाल चिट्टा केस धौल सिंह है, इसनूं दूर नहीं करना, इसनूं दूर नहीं करना। ये बचन वार्तालाप सिखां नाल हुंदी सी ते कुछ विचों उठ के चले गए। ते एक सिख कहण लगा सतगुरु कुछ पिठ दे के चले गए, उठ के चले गए। सतगुरु कहण लगे भाई सिखा ਜਿਹੜੇ शब्द दे सिख ने ना वो नहीं उठ के गए। गुरु साहब जी का फरमान शब्द का सिख कोई ना ही गया, गए हैं सब चीथड़िए असाडे झंडे न्यारे हैं। गुरु साहब जी का ये हुक्म सी। ते सतगुरु कहण लगे जिहड़ा शब्द का सिख है ना, गुरु का सिख है, गुरु ग्रंथ साहब का सिख है, वो उठ के नहीं गया। गुरमुख प्यारिओ किरपान सुतंत्रता का लखायक है। किरपान अनख जमीर का चिन्ह है। किरपान जिउंदे दूजिਆਂ ਨੂੰ ਜਿਉਂਦਿਆਂ ਰੱਖਣ ਦਾ प्रतीक है। गरीब गुरबे धर्म कौम की रखिया करन दा प्रतीक है किरपान। ते जदों कोई कौमां शास्त्रां नूं भुल जांदियां गल वखरी है। अज बड़े तकड़े तकड़े शास्त्र बन गए ने, समय समय दे नाल सब कुछ बदलदा रहिंदा है, पर किरपान सिख दा एक चौथा ककार है। ये ना समझिया जाए भी अज तोपां ते गोले ते होर तरह के कई बन गए ने, शास्त्र बन गए ने ते असला बन गया तो किरपान की लोड़ नहीं। नहीं पाइए गुरसिख का वर्दी का चौथा ककार है। तो जदों कौमां शास्त्रां नूं छड्ड देण, जिहड़ियां कौमां शास्त्रां नूं भुल जाण, फिर उन्हां दा की हशर हुंदा है? उन्हां दा हशर रोमन साम्राज वाला हुंदा है। जिहड़ियां कौमां शास्त्रां नूं भुल जांदियां ना, कहना तो मैं होर भी कुछ चाहना भई गुरु नानक साहब जी के टाइम ते जिहड़े जंग होए उन्हां दे बाबत पर समा इजाजत नहीं दिंदा। सो जिहड़े लोग छड्ड दिंदे इन्हां शास्त्रां नूं उन्हां दा फिर हाल बुरा हुंदा है। रोमन साम्राज का जो हाल होया, इन्नियां कोई गल्लां कबूल करनियां होईयां, भुल्लां गलतियां दिओ जी।